ਅੱਜ ਆਪਾਂ ਸਿਰਫ ਇੱਕ ਚੋਣ ਦੇ ਅੰਕੜਿਆਂ ਦੀ ਗੱਲ ਨਹੀਂ ਕਰਾਂਗੇ, ਆਪਾਂ ਇੱਕ ਪੂਰੇ ਹਲਕੇ ਦੀ ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ। ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਵੱਡੀ ਜਿੱਤ ਤੋਂ ਬਾਅਦ ਲੋਕਾਂ ਦਾ ਭਰੋਸਾ ਕਿਉਂ ਤੇ ਕਿਵੇਂ ਘਟਿਆ, ਅਤੇ ਸਭ ਤੋਂ ਜ਼ਰੂਰੀ ਉਸ ਭਰੋਸੇ ਨੂੰ ਦੁਬਾਰਾ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਛੱਬੇਵਾਲ ਦਾ ਇੱਕ ਡੂੰਘਾ ਵਿਸ਼ਲੇਸ਼ਣ ਹੈ, ਸਿਰਫ ਜਿੱਤਣ ਲਈ ਨਹੀਂ ਬਲਕਿ ਲੋਕਾਂ ਦੀ ਸੇਵਾ ਕਰਨ ਦਾ ਹੱਕ ਕਮਾਉਣ ਦਾ ਇੱਕ ਬਲੂਪ੍ਰਿੰਟ। ਇਸ ਸਾਰੀ ਗੱਲਬਾਤ ਦੇ ਪਿੱਛੇ ਇੱਕ ਸਵਾਲ ਹੈ, ਇੱਕ ਬਹੁਤ ਹੀ ਜ਼ਰੂਰੀ ਸਵਾਲ। ਪੰਜਾਬ ਦੀ ਧਰਤੀ ਤੇ ਜਿੱਥੇ ਲੋਕਾਂ ਦੀ ਜ਼ਿੰਦਗੀ ਖੇਤਾਂ ਤੇ ਮੌਸਮਾਂ ਨਾਲ ਜੁੜੀ ਹੋਈ ਹੈ, ਉੱਥੇ ਇੱਕ ਵੋਟਰ ਦਾ ਅਸਲ ਭਰੋਸਾ ਜਿੱਤਣ ਲਈ ਕੀ ਕਰਨਾ ਪੈਂਦਾ ਹੈ। ਇਹ ਸਿਰਫ ਵਾਅਦਿਆਂ ਦੀ ਖੇਡ ਨਹੀਂ ਹੈ, ਇਹ ਲੋਕਾਂ ਨਾਲ ਇੱਕ ਰਿਸ਼ਤਾ ਬਣਾਉਣ ਦੀ, ਉਹਨਾਂ ਦੇ ਦੁੱਖ ਸੁੱਖ ਨੂੰ ਸਮਝਣ ਦੀ ਤੇ ਉਹਨਾਂ ਦੀਆਂ ਰੋਜ਼ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਇੱਕ ਗੰਭੀਰ ਕੋਸ਼ਿਸ਼ ਹੈ। ਇਹੀ ਸਵਾਲ ਸਾਡੀ ਪੂਰੀ ਪੜਚੋਲ ਦਾ ਕੇਂਦਰ ਰਹੇਗਾ। ਚਲੋ ਗੱਲ ਸ਼ੁਰੂ ਕਰਦੇ ਹਾਂ ਛੱਬੇਵਾਲ ਤੋਂ। ਇਹ ਹੈ ਹਲਕਾ ਨੰਬਰ 44, ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਰਾਖਵਾਂ ਹਲਕਾ। ਦੇਖੋ, ਇਹ ਸਿਰਫ ਨਕਸ਼ੇ ਤੇ ਇੱਕ ਲਕੀਰ ਨਹੀਂ ਹੈ, ਇਹ ਇੱਕ ਅਜਿਹਾ ਇਲਾਕਾ ਹੈ ਜਿਸ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੈ, ਆਪਣਾ ਸਮਾਜਿਕ ਤਾਣਾ ਬਾਣਾ ਹੈ ਤੇ ਆਪਣੀਆਂ ਕੁਝ ਖਾਸ ਉਮੀਦਾਂ ਹਨ। ਇਸ ਜ਼ਮੀਨ ਨੂੰ ਸਮਝਣਾ ਇੱਥੋਂ ਦੇ ਲੋਕਾਂ ਨੂੰ ਸਮਝਣ ਵੱਲ ਪਹਿਲਾ ਕਦਮ ਹੈ। ਤੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ, ਛੱਬੇਵਾਲ ਦਾ ਦਿਲ ਇਹਦੇ 203 ਪਿੰਡਾਂ ਵਿੱਚ ਧੜਕਦਾ ਹੈ। ਇਹ ਕੋਈ ਸ਼ਹਿਰੀ ਇਲਾਕਾ ਨਹੀਂ ਹੈ। ਇੱਥੇ ਜ਼ਿੰਦਗੀ ਦੇ ਰਿਦਮ ਫਸਲਾਂ ਦੇ ਬੀਜਣ ਤੇ ਵੱਢਣ ਨਾਲ ਤੈਅ ਹੁੰਦਾ ਹੈ। ਕੋਈ ਵੀ ਪਲਾਨ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਸ ਪੇਂਡੂ ਸੱਚਾਈ ਦੀ ਗਹਿਰਾਈ ਨੂੰ ਨਾ ਸਮਝੇ। ਇਹ ਹੈ ਇੱਥੋਂ ਦੇ ਲੋਕਤੰਤਰ ਦਾ ਪੈਮਾਨਾ। 2022 ਦੀਆਂ ਚੋਣਾਂ ਵਿੱਚ ਇੱਥੇ 1,61,535 ਵੋਟਰ ਸਨ। ਹਰ ਇੱਕ ਵੋਟਰ ਇੱਕ ਇਨਸਾਨ ਹੈ, ਇੱਕ ਪਰਿਵਾਰ ਹੈ, ਇੱਕ ਸੁਪਨਾ ਹੈ। ਇਹ ਸਿਰਫ ਇੱਕ ਗਿਣਤੀ ਨਹੀਂ ਬਲਕਿ ਇੱਕ ਸਮੂਹਿਕ ਆਵਾਜ਼ ਹੈ ਜੋ ਇਹ ਤੈਅ ਕਰਦੀ ਹੈ ਕਿ ਉਹਨਾਂ ਦੀ ਅਗਵਾਈ ਕੌਣ ਕਰੇਗਾ। ਹੁਣ ਦੇਖੋ, ਇੱਥੋਂ ਦਾ ਸਮਾਜਿਕ ਤਾਣਾ ਬਾਣਾ ਕਿੰਨਾ ਗੁੰਝਲਦਾਰ ਹੈ। ਤਕਰੀਬਨ 34% ਦੀ ਆਬਾਦੀ ਅਨੁਸੂਚਿਤ ਜਾਤੀਆਂ ਦੀ ਹੈ, ਖਾਸ ਕਰਕੇ ਰਵਿਦਾਸੀਆ ਭਾਈਚਾਰੇ ਦੀ ਮਜ਼ਬੂਤ ਮੌਜੂਦਗੀ ਹੈ। ਇਹਨਾਂ ਦਾ ਇਕੱਠਾ ਵੋਟ ਪਾਉਣਾ ਚੋਣਾਂ ਦਾ ਨਤੀਜਾ ਬਦਲ ਸਕਦਾ ਹੈ। ਨਾਲ ਹੀ ਇੱਥੇ ਜੱਟ ਸਿੱਖ ਕਿਸਾਨ ਭਾਈਚਾਰਾ ਹੈ, OBC ਵਰਗ ਹੈ ਅਤੇ ਹੋਰ ਵੀ ਕਈ ਭਾਈਚਾਰੇ ਹਨ। ਇਸ ਵਿਭਿੰਨਤਾ ਨੂੰ ਸਮਝੇ ਬਿਨਾਂ ਕੋਈ ਵੀ ਰਣਨੀਤੀ ਅਧੂਰੀ ਹੈ। ਤਾਂ ਫਿਰ ਲੋਕਾਂ ਨੂੰ ਤਕਲੀਫ ਕੀ ਹੈ? ਕਿਹੜੀ ਗੱਲ ਉਹਨਾਂ ਨੂੰ ਚੁਭਦੀ ਹੈ? ਸਥਾਨਕ ਪੱਧਰ ਤੇ ਨੌਕਰੀਆਂ ਦੀ ਕਮੀ, ਚੰਗੀ ਤਕਨੀਕੀ ਸਿੱਖਿਆ ਦਾ ਨਾ ਹੋਣਾ, ਪਿੰਡਾਂ ਦੀਆਂ ਟੁੱਟੀਆਂ ਭੱਜੀਆਂ ਸੜਕਾਂ, ਕਮਜ਼ੋਰ ਬੁਨਿਆਦੀ ਢਾਂਚਾ, ਨਸ਼ੇ ਦਾ ਦੈਂਤ ਜੋ ਪੀੜ੍ਹੀਆਂ ਨੂੰ ਖਾ ਰਿਹਾ ਹੈ, ਚਾਰੇ ਪਾਸੇ ਫੈਲੀ ਬੇਰੁਜ਼ਗਾਰੀ ਅਤੇ ਅਦਾਲਤਾਂ ਵਿੱਚ ਲਟਕਦੇ ਕੇਸ ਜੋ ਸਾਲਾਂ ਬੱਧੀ ਖਤਮ ਨਹੀਂ ਹੁੰਦੇ। ਇਹ ਸਿਰਫ ਸ਼ਿਕਾਇਤਾਂ ਨਹੀਂ, ਇਹ ਉਹ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੋਕ ਆਪਣੀ ਲੀਡਰਸ਼ਿਪ ਤੋਂ ਮੰਗਦੇ ਹਨ। ਚਲੋ ਹੁਣ ਅੰਕੜਿਆਂ ਤੇ ਨਜ਼ਰ ਮਾਰੀਏ, ਇਹੀ ਸਾਰੀ ਕਹਾਣੀ ਦੱਸਣਗੇ। ਇਹ ਡੈਸ਼ਬੋਰਡ ਸਾਡੀ ਜਾਂਚ ਦਾ ਆਧਾਰ ਹੈ। ਧਿਆਨ ਨਾਲ ਦੇਖੋ, ਵੋਟਰ ਤਾਂ ਵਧੇ ਪਰ ਵੋਟ ਪਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਘਟਦੀ ਗਈ। 76% ਤੋਂ 71% ਤੇ ਆ ਗਈ। ਕਾਂਗਰਸ 2017 ਵਿੱਚ ਲਗਭਗ 50% ਵੋਟਾਂ ਲੈ ਕੇ ਸ਼ਿਖਰ ਤੇ ਸੀ, ਪਰ 2022 ਵਿੱਚ ਇਹ 41% ਤੇ ਆ ਗਈ ਤੇ ਉਸੇ ਦੌਰਾਨ ਆਪ ਦਾ ਵੋਟ ਸ਼ੇਅਰ 17% ਤੋਂ ਦੁੱਗਣਾ ਹੋ ਕੇ 34% ਨੂੰ ਪਾਰ ਕਰ ਗਿਆ। ਇਹ ਅੰਕੜੇ ਬੋਲ ਰਹੇ ਹਨ, ਸਾਨੂੰ ਬਸ ਸੁਣਨ ਦੀ ਲੋੜ ਹੈ। ਇਹ ਗ੍ਰਾਫ ਦੇਖੋ, ਇਹ ਉਸੇ ਕਹਾਣੀ ਨੂੰ ਹੋਰ ਵੀ ਸਾਫ਼-ਸਾਫ਼ ਦਿਖਾ ਰਿਹਾ ਹੈ। 2017 ਤੋਂ 2022 ਤੱਕ ਪੂਰੀ ਸਿਆਸੀ ਜ਼ਮੀਨ ਹੀ ਹਿਲ ਗਈ। ਆਪ ਇੱਕ ਨਵੀਂ ਤੇ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ। ਤੇ ਇਹ ਵਾਧਾ ਹੋਇਆ ਕਿੱਥੋਂ? ਮੁੱਖ ਤੌਰ ਤੇ ਅਕਾਲੀ ਦਲ ਦੇ ਵੋਟ ਬੈਂਕ ਦੇ ਖੁਰੜ ਨਾਲ, ਜੋ ਬੁਰੀ ਤਰ੍ਹਾਂ ਟੁੱਟ ਗਿਆ। ਯਾਦ ਹੈ 2017? ਇੱਕ ਤਰ੍ਹਾਂ ਦੀ ਲਹਿਰ ਸੀ। ਕਾਂਗਰਸ ਨੇ 29,000 ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਇੱਕ ਬਹੁਤ ਵੱਡੀ ਜਿੱਤ ਦਰਜ ਕੀਤੀ। ਇਹ ਇੱਕ ਬਹੁਤ ਸਪਸ਼ਟ ਫਤਵਾ ਸੀ। ਲੋਕਾਂ ਨੇ ਪੂਰੇ ਦਿਲ ਨਾਲ ਆਪਣਾ ਭਰੋਸਾ ਜਤਾਇਆ ਸੀ। ਉਹ ਇੱਕ ਉਮੀਦ ਦਾ ਸਮਾਂ ਸੀ। ਪਰ ਸਿਰਫ 5 ਸਾਲਾਂ ਵਿੱਚ ਸਾਰੀ ਤਸਵੀਰ ਬਦਲ ਗਈ। 2022 ਵਿੱਚ ਜਿੱਤ ਦਾ ਉਹੀ ਫਰਕ ਘਟ ਕੇ ਰਹਿ ਗਿਆ ਸਿਰਫ 7,646 ਵੋਟਾਂ। ਤਾਂ ਸਵਾਲ ਇਹ ਹੈ ਕਿ ਉਹ 21,000 ਤੋਂ ਵੱਧ ਵੋਟਰ ਕਿੱਧਰ ਗਏ? ਇਹੀ ਗਿਰਾਵਟ ਸਾਡੀ ਪੂਰੀ ਜਾਂਚ ਦਾ ਕੇਂਦਰ ਹੈ। ਇਹ ਵੋਟਰਾਂ ਦੀ ਬਦਲਦੀ ਸੋਚ ਤੇ ਟੁੱਟਦੀਆਂ ਉਮੀਦਾਂ ਦਾ ਸਭ ਤੋਂ ਵੱਡਾ ਸਬੂਤ ਹੈ। ਤੇ ਗੱਲ ਸਿਰਫ ਵੋਟਾਂ ਦੇ ਇੱਧਰ-ਉੱਧਰ ਹੋਣ ਦੀ ਨਹੀਂ ਹੈ। ਸਭ ਤੋਂ ਵੱਡੀ ਚਿੰਤਾ ਤਾਂ ਵੋਟ ਪਾਉਣ ਵਾਲਿਆਂ ਦੀ ਗਿਣਤੀ ਦਾ ਘਟਣਾ ਹੈ। ਜਦੋਂ ਲੋਕ ਵੋਟ ਪਾਉਣ ਲਈ ਘਰੋਂ ਹੀ ਨਹੀਂ ਨਿਕਲਦੇ ਤਾਂ ਇਹ ਸਿਰਫ ਆਲਸ ਨਹੀਂ, ਇਹ ਇੱਕ ਚੁੱਪ ਵਿਰੋਧ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਘਟ ਰਿਹਾ ਹੈ ਤੇ ਇਹ ਕਿਸੇ ਵੀ ਲੋਕਤੰਤਰ ਲਈ ਇੱਕ ਖਤਰੇ ਦੀ ਘੰਟੀ ਹੈ। ਇਹ ਟਾਈਮਲਾਈਨ ਦੱਸਦੀ ਹੈ ਕਿ ਛੱਬੇਵਾਲ ਦਾ ਮੂਡ ਕਿੰਨੀ ਜਲਦੀ ਬਦਲਦਾ ਹੈ। 2012 ਵਿੱਚ ਅਕਾਲੀ ਦਲ, 2017 ਵਿੱਚ ਕਾਂਗਰਸ ਨੂੰ ਇੱਕ ਵੱਡਾ ਹੁੰਗਾਰਾ ਤੇ 2022 ਵਿੱਚ ਫਿਰ ਇੱਕ ਤੰਗ ਜਿੱਤ। ਇਸ ਦਾ ਸਬਕ ਬਿਲਕੁਲ ਸਾਫ਼ ਹੈ,
ਵੋਟਰਾਂ ਦੀ ਵਫ਼ਾਦਾਰੀ ਨੂੰ ਕਦੇ ਵੀ ਪੱਕਾ ਨਹੀਂ ਮੰਨਿਆ ਜਾ ਸਕਦਾ। ਇਸ ਨੂੰ ਹਰ ਵਾਰ ਦੁਬਾਰਾ ਕਮਾਉਣਾ ਕਹਿੰਦਾ ਹੈ ਤੇ ਇਹ ਕਮਾਈ ਸਾਡੇ ਸੰਵਿਧਾਨ ਦੇ ਮੂਲ ਸਿਧਾਂਤ ਤੇ ਟਿਕੀ ਹੈ, ਯਾਨੀ ਹਰ ਨਾਗਰਿਕ ਦੇ ਮਾਣ ਸਨਮਾਨ ਤੇ। ਕਿਸੇ ਵੀ ਰਣਨੀਤੀ ਤੋਂ ਪਹਿਲਾਂ ਆਪਣੀ ਤਾਕਤ ਤੇ ਕਮਜ਼ੋਰੀ ਨੂੰ ਸਮਝਣਾ ਪੈਂਦਾ ਹੈ। ਤਾਂ ਤਾਕਤ ਕੀ ਹੈ? ਉਮੀਦਵਾਰ ਦਾ ਇੱਕ ਡਾਕਟਰ ਹੋਣਾ, ਜਿਸ ਤੇ ਪੇਸ਼ੇ ਤੇ ਲੋਕ ਭਰੋਸਾ ਕਰਦੇ ਹਨ। ਪਰ ਕਮਜ਼ੋਰੀ? ਪਾਰਟੀ ਦਾ ਸਥਾਨਕ ਢਾਂਚਾ ਬਹੁਤ ਕਮਜ਼ੋਰ ਹੈ। ਤੇ ਬਾਹਰੀ ਖਤਰਾ? ਵਿਰੋਧੀਆਂ ਦਾ, ਖਾਸ ਕਰ ਆਪ ਦਾ ਜ਼ਮੀਨੀ ਅਤੇ ਡਿਜੀਟਲ ਨੈਟਵਰਕ ਬਹੁਤ ਮਜ਼ਬੂਤ ਹੋ ਚੁੱਕਾ ਹੈ। ਮਤਲਬ ਇਹ ਲੜਾਈ ਸਿਰਫ ਉਮੀਦਵਾਰ ਦੀ ਨਹੀਂ, ਸਿਸਟਮ ਦੀ ਵੀ ਹੈ। ਪਰ ਇੱਕ ਚੀਜ਼ ਹੈ ਜਿਸ ਦੀ ਕੋਈ ਨਕਲ ਨਹੀਂ ਕਰ ਸਕਦਾ, ਉਹ ਹੈ ਉਮੀਦਵਾਰ ਦਾ ਆਪਣਾ ਕਿਰਦਾਰ। ਵੀਆਈਪੀ ਕਲਚਰ ਤੋਂ ਦੂਰ ਰਹਿਣ ਵਾਲੀ ਛਵੀ ਅੱਜ ਦੇ ਜ਼ਮਾਨੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ। ਜਦੋਂ ਲੋਕ ਆਮ ਤੌਰ ਤੇ ਨੇਤਾਵਾਂ ਨੂੰ ਆਪਣੇ ਤੋਂ ਦੂਰ ਮਹਿਸੂਸ ਕਰਦੇ ਹਨ, ਉਦੋਂ ਇੱਕ ਸਧਾਰਨ ਤੇ ਮਿਲਨਸਾਰ ਨੇਤਾ ਸਿੱਧਾ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੈਂਦਾ ਹੈ। ਤਾਂ ਫਿਰ ਹੱਲ ਕੀ ਹੈ? ਰਸਤਾ ਕੀ ਹੈ? ਜਵਾਬ ਹੈ ਚਤੁਰਮੁਖ ਸਿਧਾਂਤ। ਇਹ ਇੱਕ 4-ਪੱਖੀ ਰਣਨੀਤੀ ਹੈ। ਪਹਿਲਾ, ਚੋਣਵੀ ਚੀਰਾ। ਦੂਜਾ, ਸੰਗਠਨਾਤਮਕ ਚੀਰਾ। ਤੀਜਾ, ਬਿਰਤਾਂਤਕ ਚੀਰਾ, ਯਾਨੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਣਾ। ਤੇ ਚੌਥਾ, ਸਰੋਤ ਚੀਰਾ। ਜਦੋਂ ਇਹ ਸਾਰੇ ਇੱਕ ਦਿਸ਼ਾ ਵਿੱਚ ਕੰਮ ਕਰਦੇ ਹਨ ਤਾਂ ਹੀ ਸਫਲਤਾ ਮਿਲਦੀ ਹੈ। ਇਸ ਸਿਧਾਂਤ ਨੂੰ ਅਮਲ 'ਚ ਲਿਆਉਣ ਲਈ ਇੱਕ ਪਲਾਨ ਚਾਹੀਦਾ ਹੈ। 90 ਦਿਨਾਂ ਦਾ ਬਿਲਕੁਲ ਸਟ੍ਰੀਕ। ਪਹਿਲੇ 30 ਦਿਨ ਡਾਟਾ ਦੇ ਆਧਾਰ ਤੇ ਸਹੀ ਲੋਕਾਂ ਤੱਕ ਪਹੁੰਚੋ ਅਤੇ ਇੱਕ ਲਿਸਨਿੰਗ ਟੂਰ, ਯਾਨੀ ਲੋਕਾਂ ਦੀ ਗੱਲ ਸੁਣਨ ਦੀ ਯਾਤਰਾ ਸ਼ੁਰੂ ਕਰੋ। ਅਗਲੇ 30 ਦਿਨ ਲੋਕਾਂ ਨਾਲ ਸੰਪਰਕ ਤੇਜ਼ ਕਰੋ, ਡਿਜੀਟਲ ਤਰੀਕਿਆਂ ਨਾਲ ਆਪਣੀ ਗੱਲ ਰੱਖੋ ਅਤੇ ਆਖਰੀ 30 ਦਿਨ ਪੂਰੀ ਤਾਕਤ ਲਗਾ ਕੇ ਵੋਟਰਾਂ ਨੂੰ ਘਰੋਂ ਕੱਢ ਕੇ ਪੋਲਿੰਗ ਬੂਥ ਤੱਕ ਲੈ ਕੇ ਜਾਓ। ਇੱਕ ਸਾਫ਼ ਤੇ ਕਦਮ-ਦਰ-ਕਦਮ ਰੋਡਮੈਪ। ਅੱਜ ਦੀ ਲੜਾਈ ਸਿਰਫ ਗਲੀਆਂ-ਮੁਹੱਲਿਆਂ 'ਚ ਨਹੀਂ, ਲੋਕਾਂ ਦੇ ਫੋਨਾਂ ਤੇ ਵੀ ਲੜੀ ਜਾਂਦੀ ਹੈ। ਇਸ ਲਈ ਸਾਨੂੰ ਆਧੁਨਿਕ ਹਥਿਆਰਾਂ ਦੀ ਲੋੜ ਹੈ। ਹਰ ਪਿੰਡ ਮੁਹੱਲੇ ਲਈ WhatsApp ਗਰੁੱਪ, ਜ਼ਮੀਨੀ ਹਕੀਕਤ ਦਿਖਾਉਂਦੀਆਂ ਛੋਟੀਆਂ-ਛੋਟੀਆਂ Instagram ਰੀਲਸ, ਕਿਸੇ ਵੀ ਝੂਠੀ ਖਬਰ ਦਾ ਤੁਰੰਤ ਜਵਾਬ ਦੇਣ ਲਈ ਅਫਵਾਹ ਬਨਾਮ ਸੱਚਾਈ ਵਾਲੇ ਗ੍ਰਾਫਿਕਸ, ਔਰ ਸਭ ਤੋਂ ਜ਼ਰੂਰੀ ਇੱਕ ਨਿਯਮਿਤ ਕੰਟੈਂਟ ਕੈਲੰਡਰ, ਤਾਂ ਕਿ ਤੁਹਾਡੀ ਗੱਲ ਅਨੁਸ਼ਾਸਨ ਨਾਲ ਲੋਕਾਂ ਤੱਕ ਪਹੁੰਚੇ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਅਸਲ ਮਕਸਦ ਕੀ ਹੈ? ਇਹ ਸਾਰੀ ਮਿਹਨਤ ਸਿਰਫ ਇੱਕ ਚੋਣ ਜਿੱਤਣ ਲਈ ਨਹੀਂ ਹੈ। ਅਸਲ ਮਕਸਦ ਹੈ ਲੋਕਾਂ ਦਾ ਉਹ ਭਰੋਸਾ ਜਿੱਤਣਾ ਜੋ ਇੱਕ ਚੰਗਾ ਸ਼ਾਸਨ ਦੇਣ ਲਈ ਜ਼ਰੂਰੀ ਹੁੰਦਾ ਹੈ। ਚੋਣ ਇੱਕ ਮੰਜ਼ਿਲ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ। ਅਸਲ ਕੰਮ ਤਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਤੇ ਇਹ ਭਰੋਸਾ ਖਾਲੀ ਗੱਲਾਂ ਨਾਲ ਨਹੀਂ, ਠੋਸ ਕੰਮਾਂ ਦੇ ਵਾਅਦੇ ਨਾਲ ਬਣਦਾ ਹੈ। ਹਲਕੇ ਦੇ ਲੋਕਾਂ ਨਾਲ ਇੱਕ ਪੱਕਾ ਇਕਰਾਰ, ਨੌਜਵਾਨਾਂ ਲਈ ਇੱਕ ਤਕਨੀਕੀ ਇੰਸਟੀਚਿਊਟ, ਔਰਤਾਂ ਲਈ ਇੱਕ ਸਕਿੱਲ ਸੈਂਟਰ, ਸੜਕਾਂ ਤੇ ਬੁਨਿਆਦੀ ਢਾਂਚੇ ਦੀ ਤੁਰੰਤ ਮੁਰੰਮਤ ਅਤੇ ਨਸ਼ੇ ਤੇ ਬੇਰੁਜ਼ਗਾਰੀ ਵਰਗੇ ਵੱਡੇ ਮੁੱਦਿਆਂ ਤੇ ਖੁੱਲ੍ਹ ਕੇ ਗੱਲ ਕਰਨਾ ਅਤੇ ਉਹਨਾਂ ਨਾਲ ਲੜਨ ਦਾ ਵਾਅਦਾ ਕਰਨਾ। ਇਹ ਉਹ ਵਾਅਦੇ ਹਨ ਜੋ ਸਿੱਧਾ ਲੋਕਾਂ ਦੀਆਂ ਤਕਲੀਫਾਂ ਨਾਲ ਜੁੜਦੇ ਹਨ। ਤੇ ਜਦੋਂ ਅਸੀਂ ਲੋਕਾਂ ਨਾਲ ਜੁੜਦੇ ਹਾਂ, ਖਾਸਕਰ ਡਾਟਾ ਦੇ ਜ਼ਰੀਏ, ਤਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸਾਡੇ ਸੰਵਿਧਾਨ ਮੁਤਾਬਿਕ ਹਰ ਨਾਗਰਿਕ ਦਾ ਸਨਮਾਨ ਸਭ ਤੋਂ ਉੱਪਰ ਹੈ। ਲੋਕਾਂ ਦੀ ਜਾਣਕਾਰੀ ਨੂੰ ਸੰਭਾਲਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਉਹਨਾਂ ਦੀ ਸਹਿਮਤੀ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਭਰੋਸਾ ਉਦੋਂ ਹੀ ਬਣਦਾ ਹੈ ਜਦੋਂ ਲੋਕ ਜਾਣਦੇ ਹਨ ਕਿ ਉਹਨਾਂ ਦੀ ਨਿੱਜਤਾ ਦਾ ਪੂਰਾ ਸਤਿਕਾਰ ਕੀਤਾ ਜਾ ਰਿਹਾ ਹੈ। ਤਾਂ ਆਖਿਰ 'ਚ ਸਵਾਲ ਇਹੀ ਬਚਦਾ ਹੈ ਕਿ ਡਾਟਾ ਤੇ ਆਧਾਰਿਤ ਇੱਕ ਬਲੂਪ੍ਰਿੰਟ, ਜਿਸ ਨੂੰ ਹਮਦਰਦੀ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ, ਲੋਕਾਂ ਦਾ ਗੁਆਚਿਆ ਹੋਇਆ ਵਿਸ਼ਵਾਸ ਵਾਪਸ ਲਿਆ ਸਕਦਾ ਹੈ? ਕਿ ਇਹ ਇੱਕ ਅਜਿਹੇ ਸ਼ਾਸਨ ਦਾ ਰਾਹ ਖੋਲ੍ਹ ਸਕਦਾ ਹੈ ਜਿਸ ਦੇ ਕੇਂਦਰ ਵਿੱਚ ਆਮ ਲੋਕ ਹੋਣ? ਦੇਖੋ, ਅੰਕੜੇ ਰਸਤਾ ਦਿਖਾ ਸਕਦੇ ਹਨ, ਰਣਨੀਤੀ ਢਾਂਚਾ ਦੇ ਸਕਦੀ ਹੈ, ਪਰ ਅੰਤ ਵਿੱਚ ਜਿੱਤ ਹਮੇਸ਼ਾ ਇਨਸਾਨੀਅਤ ਅਤੇ ਲੋਕਾਂ ਦੇ ਦਰਦ ਨੂੰ ਸਮਝਣ ਦੀ ਹੁੰਦੀ ਹੈ। ਯਾਦ ਰੱਖੋ, ਇੱਕ ਚੋਣ ਕਿਸੇ ਮੁਹਿੰਮ ਦਾ ਅੰਤ ਨਹੀਂ ਹੁੰਦੀ। ਇਹ ਲੋਕਾਂ ਨਾਲ ਇੱਕ ਇਕਰਾਰਨਾਮੇ ਦੀ ਸ਼ੁਰੂਆਤ ਹੁੰਦੀ ਹੈ। ਜਿੱਤ ਕੋਈ ਇਨਾਮ ਨਹੀਂ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਲੋਕਾਂ ਦੀ ਸੇਵਾ ਕਰਨ ਦਾ ਤੇ ਹਰ ਰੋਜ਼ ਉਨ੍ਹਾਂ ਦਾ ਭਰੋਸਾ ਕਮਾਉਣ ਦਾ ਇੱਕ ਮੌਕਾ ਹੈ। ਇਹੀ ਸਾਡੇ ਕੰਮ ਦਾ ਮੂਲ ਸਿਧਾਂਤ ਹੈ। ਜੇ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ, ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਉਦੇਸ਼।